Hallelujah, 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 hallelujah. Hallelujah, hallelujah, hallelujah. Thank you, Lord Jesus Christ. Hallelujah, thank you, Lord Jesus Christ. Hallelujah. ਸਾਰਿਆਂ ਨੂੰ ਜੈ ਮਸੀਹ ਦੀ। ਮੈਂ ਪ੍ਰਭੂ ਯੀਸ਼ੂ ਮਸੀਹ ਦੇ ਮਿੱਠੇ ਪਿਆਰੇ ਸ਼ਕਤੀਸ਼ਾਲੀ ਨਾਮ ਦੇ ਵਿੱਚ ਤੁਹਾਡਾ ਸਵਾਗਤ ਕਰਦਾ। ਹੈਵਨਲੀ ਪ੍ਰੈਜ਼ੈਂਸ ਪਰਮੇਸ਼ਰ ਦੀ ਉਪਸਥਿਤੀ ਵਿੱਚ ਤੁਹਾਡਾ ਸਵਾਗਤ ਕਰਦਾ। ਆਓ ਸਾਰੇ ਅਸੀਂ ਰਲ ਕੇ ਪ੍ਰਾਰਥਨਾ ਕਰਾਂਗੇ ਪਰਮੇਸ਼ਰ ਦੇ ਅੱਗੇ। ਹਾਲੇਲੂਇਆ, ਹਾਲੇਲੂਇਆ। ਪ੍ਰਭੂ ਪਿਤਾ ਪਰਮੇਸ਼ਰ, ਪ੍ਰਭੂ ਯੀਸ਼ੂ ਨਾਸਰੀ ਦੇ ਸਾਮਰਥੀ ਨਾਮ ਦੇ ਵਿੱਚ ਤੁਹਾਡੀ ਪਵਿੱਤਰ ਹਜ਼ੂਰੀ ਦੇ ਵਿੱਚ ਆਉਂਦੇ ਮੇਰੇ ਪਿਤਾ। ਵਿਸ਼ਵਾਸ ਕਰਦਾ ਤੁਸੀਂ ਇਸ ਪਾਪ ਭਰੀ ਦੁਨੀਆ ਵਿੱਚ ਸਾਡੇ ਲਈ ਦੇਤਾ ਰਹੀ ਹੋ ਕਿ ਆਏ, ਮਾਰੇ ਗਏ, ਗਾੜੇ ਗਏ, ਦਫਨਾਏ ਗਏ, ਮੁਰਦਿਆਂ ਵਿੱਚੋਂ ਤੀਸਰੇ ਦਿਨ ਜੀ ਉੱਠੇ ਮੇਰੇ ਪਿਤਾ। ਤੁਸੀਂ ਮੌਤ ਉੱਤੇ ਜਿੱਤ ਪਾਈ, ਤੁਹਾਡਾ ਧੰਨਵਾਦ ਕਰਦੇ ਮੇਰੇ ਪਿਤਾ ਪਰਮੇਸ਼ਰ। ਪਿਤਾ ਤੇਰਾ ਵਚਨ ਕਹਿੰਦਾ ਜਿੱਥੇ 2 ਜਾਂ 3 ਮੇਰੇ ਨਾਮ ਦੇ ਵਿੱਚ ਇਕੱਠੇ ਹੁੰਦੇ ਨੇ, ਮੇਰਾ ਆਤਮਾ ਉਹਨਾਂ ਦੇ ਵਿਚਕਾਰ ਮੌਜੂਦ ਹੁੰਦਾ ਮੇਰੇ ਪਿਤਾ ਪਰਮੇਸ਼ਰ। ਤੁਹਾਡਾ ਧੰਨਵਾਦ ਕਰਦੇ ਮੇਰੇ ਪਿਤਾ ਪਰਮੇਸ਼ਰ ਜੀ। ਪਿਤਾ ਪਰਮੇਸ਼ਰ ਜੀ, ਇਸ ਵਕਤ ਲਈ ਤੁਹਾਡਾ ਧੰਨਵਾਦ ਕਰਦੇ ਮੇਰੇ ਪਿਤਾ ਪਰਮੇਸ਼ਰ। ਤੁਸੀਂ ਸਾਨੂੰ ਆਪਣੀ ਮਹਿਮਾ ਦੇ ਲਈ ਪਿਤਾ ਪਰਮੇਸ਼ਰ ਜੀ ਅਭਿਯੋਗ ਇਸਤੇਮਾਲ ਕਰ ਰਹੇ ਹੋ ਮੇਰੇ ਪਿਤਾ ਪਰਮੇਸ਼ਰ। ਤੁਹਾਡਾ ਧੰਨਵਾਦ ਕਰਦੇ ਮੇਰੇ ਸਾਮਰਥੀ ਪਿਤਾ ਪਰਮੇਸ਼ਰ। ਪਿਤਾ ਪਰਮੇਸ਼ਰ ਜੀ, ਸਾਨੂੰ ਇਕੱਠੇ ਕੀਤਾ, ਤੁਹਾਡਾ ਧੰਨਵਾਦ ਕਰਦੇ। ਸਮੇਂ ਲਈ ਤੁਹਾਡਾ ਧੰਨਵਾਦ ਕਰਦੇ ਮੇਰੇ ਪਿਤਾ ਪਰਮੇਸ਼ਰ। ਪਿਤਾ ਬਹੁਤ ਸਾਰੇ ਲੋਕਾਂ ਨੇ ਅੱਜ ਦਾ ਦਿਨ ਦੇਖਣਾ ਚਾਹਿਆ ਮੇਰੇ ਪਿਤਾ, ਪਰ ਉਹ ਅੱਜ ਦਾ ਦਿਨ ਦੇਖ ਨਾ ਪਾਏ ਮੇਰੇ ਪਿਤਾ ਪਰਮੇਸ਼ਰ। ਪਿਤਾ ਤੇਰੇ ਕਰੁਣਾ ਦੁਆਰਾ, ਤੇਰੇ ਅਨੁਗ੍ਰਹਿ ਦੁਆਰਾ ਪਿਤਾ ਅੱਜ ਦਾ ਦਿਨ ਦੇਖਿਆ, ਔਰ ਤੁਸੀਂ ਪਿਤਾ ਪਰਮੇਸ਼ਰ ਸਾਨੂੰ ਸਹੀ ਸਲਾਮਤ ਰੱਖਿਆ। ਤੁਹਾਡਾ ਧੰਨਵਾਦ ਕਰਦੇ ਮੇਰੇ ਸਾਮਰਥੀ ਪਿਤਾ ਪਰਮੇਸ਼ਰ। ਪਿਤਾ ਪਰਮੇਸ਼ਰ ਇਹਨਾਂ ਵਚਨਾਂ ਲਈ ਤੁਹਾਡਾ ਧੰਨਵਾਦ ਕਰਦੇ ਆ ਮੇਰੇ ਪਿਤਾ ਪਰਮੇਸ਼ਰ। ਪਿਤਾ ਪਰਮੇਸ਼ਰ ਇਹਨਾਂ ਵਚਨਾਂ ਨੂੰ ਸਾਨੂੰ ਰੂਹ ਔਰ ਆਤਮਾ ਦੇ ਨਾਲ ਪਿਤਾ ਸਮਝਣ ਔਰ ਸਿੱਖਣ ਦੀ ਬੁੱਧ ਬਖਸ਼ਣਾ ਮੇਰੇ ਪਿਤਾ ਪਰਮੇਸ਼ਰ। ਇਹ ਵਚਨ ਸਾਡੀਆਂ ਦਿਲ ਦੀਆਂ ਤਖਤੀਆਂ ਉੱਤੇ ਲਿਖੇ ਜਾਣ ਮੇਰੇ ਪਿਤਾ ਪਰਮੇਸ਼ਰ। ਇਹ ਵਚਨ ਕੋਈ ਵੀ ਸ਼ੈਤਾਨੀ ਆਤਮਾ ਚੁਰਾ ਨਾ ਪਾਏ ਯੀਸ਼ੂ ਦੇ ਸਾਮਰਥੀ ਨਾਮ ਦੇ ਵਿੱਚ ਮੇਰੇ ਪਿਤਾ ਪਰਮੇਸ਼ਰ। ਪਿਤਾ ਤੇਰਾ ਆਤਮਾ ਪਿਤਾ ਪਰਮੇਸ਼ਰ ਜੋ ਅਸੀਂ ਵਚਨ ਸੁਣੀਏ ਮੇਰੇ ਪਿਤਾ, ਇਹ ਵਚਨ ਸਾਡੀ ਜ਼ਿੰਦਗੀ 'ਚ 1000 ਗੁਣਾ ਫਲ ਲੈ ਕੇ ਆਏ ਮੇਰੇ ਪਿਤਾ ਯੀਸ਼ੂ ਦੇ ਸਾਮਰਥੀ ਨਾਮ 'ਚ ਮੇਰੇ ਪਿਤਾ ਪਰਮੇਸ਼ਰ। ਖੁਦਾਵੰਦ ਪਿਤਾ ਪਰਮੇਸ਼ਰ, ਬਾਈਬਲ ਕਹਿੰਦੀ ਬੋਲਣ ਵਾਲੀ ਤੁਸੀਂ ਨਹੀਂ, ਪਿਤਾ ਦਾ ਆਤਮਾ ਤੁਹਾਡੇ ਵਿੱਚ ਤੇ ਹੋ ਕੇ ਬੋਲਦਾ ਮੇਰੇ ਪਿਤਾ। ਪਿਤਾ ਪਰਮੇਸ਼ਰ, ਜਦ ਤੁਹਾਡਾ ਵਚਨ ਬੋਲੀਏ ਮੇਰੇ ਪਿਤਾ, ਜਦ ਤੁਹਾਡਾ ਵਚਨ ਦੀ ਨੌਲੇਜ ਲਈਏ ਮੇਰੇ ਪਿਤਾ, ਪਿਤਾ ਆਤਮਾ ਤੋਂ ਯੀਸ਼ੂ ਦੇ ਸਾਮਰਥੀ ਨਾਮ ਦੇ ਵਿੱਚ ਮੇਰੇ ਖੁਦਾਵੰਦ ਪਿਤਾ। ਹਾਲੇਲੂਇਆ, ਹਾਲੇਲੂਇਆ। ਥੈਂਕ ਯੂ ਲਾਰਡ ਪਿਤਾ ਪਰਮੇਸ਼ਰ। Thank you Lord पिता परमेश्वर। Thank you पवित्र पिता परमेश्वर। Thank you Lord Jesus Christ। रिबाशुंदा नमा सुखो रहसिन मेरी मेरी गिरवी। Thank you Lord Jesus। Thank you Lord Jesus। Hallelujah, 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 hallelujah। पिता परमेश्वर, इस प्रार्थना ਤੁਹਾਡੇ ਪੁੱਤਰ ਪ੍ਰਭੂ ਯੀਸ਼ੂ ਮਸੀਹ ਦੇ ਸਾਮਰਥੀ ਨਾਮ ਦੇ ਵਿੱਚ ਮੰਗਦੇ ਹਾਂ। ਆਮੇਨ, ਆਮੇਨ, ਆਮੇਨ। ਹਾਲੇਲੂਇਆ। ਅੱਜ ਦਾ ਜੋ ਵਚਨ ਜੋ ਪਰਮੇਸ਼ਰ ਨੇ ਸਾਨੂੰ ਦਿੱਤਾ, ਜੋ ਪਰਮੇਸ਼ਰ ਦੇ ਭੇਦ ਸਾਡੇ ਤੇ ਜ਼ਾਹਿਰ ਹੋਏ, ਉਹਨਾਂ ਭੇਦਾਂ ਨੂੰ ਮੈਂ ਤੁਹਾਡੇ ਨਾਲ ਜ਼ਾਹਿਰ ਸ਼ੇਅਰ ਕਰਾਂਗਾ ਔਰ ਤੁਹਾਡੇ ਨਾਲ ਇਸ ਨੂੰ ਸ਼ੇਅਰ ਕਰਾਂਗਾ। ਅੱਜ ਦਾ ਟੌਪਿਕ ਹੈ ਸਾਡੇ ਪਾਪਾਂ ਤੋਂ ਮਾਫੀ। ਸਾਡੇ ਪਾਪਾਂ ਤੋਂ ਮਾਫੀ। ਜਦ ਅਸੀਂ ਪਾਪਾਂ ਵਿੱਚ ਫਸੇ ਹੋਏ ਸੀ ਤੇ ਯੀਸ਼ੂ ਮਸੀਹ ਨੇ ਕਿੱਦਾਂ ਸਾਨੂੰ ਮਾਫ ਕੀਤਾ, ਕਿੱਦਾਂ ਉਹਨੇ ਸਾਡੇ ਪਾਪਾਂ ਨੂੰ ਚੁੱਕ ਲਿਆ, ਕਿੱਦਾਂ ਸਾਡੀ ਉਹਨੇ ਮੌਤ ਨੂੰ ਆਪਣੇ ਉੱਪਰ ਲੈ ਲਿਆ, ਸਾਡੇ ਦੁੱਖਾਂ ਨੂੰ ਉਹਨੇ ਆਪਣੇ ਉੱਪਰ ਲੈ ਲਿਆ। ਅੱਜ ਆਪਾਂ ਵਚਨ ਦੇ ਦੁਆਰਾ ਇਹਨਾਂ ਚੀਜ਼ਾਂ ਨੂੰ ਅੱਜ ਵਚਨ ਤੋਂ ਸਿੱਖਾਂਗੇ ਯੀਸ਼ੂ ਦੇ ਸਾਮਰਥੀ ਨਾਮ 'ਚ। ਆਪਾਂ ਵਚਨ ਵਿੱਚ ਜਦੋਂ ਦੇਖਦੇ ਹਾਂ ਯਹੋਨਾ 8 ਦੀ 6 ਆਇਤ ਤੋਂ 11 ਆਇਤ ਤੱਕ ਪੜਾਂਗੇ। ਉਹਦੇ ਵਿੱਚ ਕੀ ਲਿਖਿਆ? 6 ਆਇਤ ਤੋਂ ਪੜ੍ਹਨਾ ਸਟਾਰਟ ਕਰਾਂਗੇ। ਯਹੂਦੀ ਉਸ ਨੂੰ ਚਲਾਕੀ ਨਾਲ ਫਸਲਾਉਣ ਲਈ ਇਹ ਸਵਾਲ ਪੁੱਛ ਰਹੇ ਸਨ ਕਿ ਉਹ ਕੁਝ ਗਲਤ ਆਖੇ। ਉਹ ਉਸ ਦੇ ਖਿਲਾਫ ਕੋਈ ਦੋਸ਼ ਲਗਾਉਣਾ ਚਾਹੁੰਦੇ ਸਨ, ਪਰ ਯੀਸ਼ੂ ਥੱਲੇ ਝੁਕਿਆ ਅਤੇ ਜ਼ਮੀਨ ਤੇ ਆਪਣੀ ਉਂਗਲ ਨਾਲ ਕੁਝ ਲਿਖਣ ਲੱਗ ਪਿਆ। ਯਹੂਦੀਆਂ ਨੇ ਲਗਾਤਾਰ ਉਸ ਨੂੰ ਇਹ ਸਵਾਲ ਪੁੱਛਿਆ ਤਾਂ ਯੀਸ਼ੂ ਸਿੱਧਾ ਹੋਇਆ ਅਤੇ ਆਖਿਆ ਕਿ ਇੱਥੇ ਕੋਈ ਅਜਿਹਾ ਮਨੁੱਖ ਹੈ ਜਿਸ ਨੇ ਕਦੇ ਕੋਈ ਪਾਪ ਨਹੀਂ ਕੀਤਾ। ਉਹ ਮਨੁੱਖ ਨੂੰ
ਪਹਿਲਾ ਪੱਥਰ ਮਾਰੇ ਤਾਂ ਉਹ ਫੇਰ ਥੱਲੇ ਝੁਕਿਆ ਤੇ ਜ਼ਮੀਨ ਤੇ ਕੁਝ ਲਿਖਣ ਲੱਗ ਪਿਆ। ਜੋ ਯੀਸ਼ੂ ਨੇ ਆਖਿਆ ਲੋਕਾਂ ਨੇ ਸੁਣਿਆ ਅਤੇ ਉਹ ਇੱਕ ਇੱਕ ਕਰਕੇ ਜਾਣ ਲੱਗੇ। ਸਭ ਤੋਂ ਪਹਿਲਾਂ ਬਜ਼ੁਰਗ ਲੋਕ ਗਏ, ਫਿਰ ਹੋਰ ਸਾਰੇ ਲੋਕ ਵੀ ਚਲੇ ਗਏ। ਯੀਸ਼ੂ ਇਕੱਲਾ ਉਸ ਔਰਤ ਨਾਲ ਰਹਿ ਗਿਆ, ਕਿਉਂ ਉਸ ਸਮੇਂ ਸਾਹਮਣੇ ਖੜੀ ਹੋਈ ਸੀ। ਯੀਸ਼ੂ ਨੇ ਉਸ ਔਰਤ ਵੱਲ ਵੇਖਿਆ ਅਤੇ ਆਖਣ ਲੱਗਾ, ਹੇ ਔਰਤ, ਉਹ ਕਿੱਥੇ ਹਨ? ਕਿਸੇ ਨੇ ਵੀ ਤੈਨੂੰ ਦੋਸ਼ੀ ਕਰਾਰ ਨਹੀਂ ਦਿੱਤਾ? ਉਸ ਔਰਤ ਨੇ ਉੱਤਰ ਦਿੱਤਾ, ਨਹੀਂ ਪ੍ਰਭੂ ਜੀ, ਮੈਨੂੰ ਕਿਸੇ ਨੇ ਵੀ ਦੋਸ਼ੀ ਕਰਾਰ ਨਹੀਂ ਦਿੱਤਾ। ਫਿਰ ਯੀਸ਼ੂ ਨੇ ਆਖਿਆ, ਜਾ, ਮੈਂ ਵੀ ਤੈਨੂੰ ਦੋਸ਼ੀ ਹੋਣ ਦਾ ਨਿਆਂ ਨਹੀਂ ਕਰਦਾ। ਹੁਣ ਤੂੰ ਚਲੀ ਜਾ, ਪਰ ਮੁੜ ਕੇ ਪਾਪ ਨਾ ਕਰੀ। ਯੀਸ਼ੂ ਮਸੀਹ ਨੇ ਇੱਥੇ ਸਾਨੂੰ ਕੀ ਕਿਹਾ? ਜੋ ਕਿਹਾ ਬਾਈਬਲ ਕਹਿੰਦੀ ਆ, ਇੱਕ ਔਰਤ ਵਿਚਾਰ ਕਰਦੀ ਫੜੀ ਗਈ। ਹੋ ਸਕਦਾ ਅੱਜ ਅਸੀਂ ਵੀ ਵਿਚਾਰੀ ਹਾਂ। ਹੋ ਸਕਦਾ ਅਸੀਂ ਵੀ ਅੱਜ ਪਰਮੇਸ਼ਰ ਉਹਨਾਂ ਲੋਕਾਂ ਦੀ ਨਿਗਾਹ ਵਿੱਚ ਔਰ ਪਰਮੇਸ਼ਰ ਦੀ ਨਿਗਾਹ ਦੇ ਵਿੱਚ ਵੀ ਅਸੀਂ ਵਿਚਾਰੀ ਹਾਂ। ਹੋ ਸਕਦਾ ਅੱਜ ਅਸੀਂ ਪਾਪ ਦੇ ਵਿੱਚ ਹਾਂ, ਅਸੀਂ ਪਰਮੇਸ਼ਰ ਦੇ ਸਾਹਮਣੇ ਪਾਪ ਕਰਦੇ ਹਾਂ। ਪਰ ਯੀਸ਼ੂ ਮਸੀਹ ਨੇ ਜਿਹੜੇ ਲੋਕ ਅੱਜ ਤੁਹਾਡੇ ਤੇ, ਹੋ ਸਕਦਾ ਬਹੁਤ ਸਾਰੇ ਲੋਕ ਤੁਹਾਨੂੰ ਗਲਤ ਬੋਲਦੇ ਹੋਣਗੇ, ਬਹੁਤ ਸਾਰੇ ਲੋਕ ਤੁਹਾਨੂੰ ਕਹਿੰਦੇ ਹੋਣਗੇ ਪਾਪੀ ਆ, ਇਹ ਦੁਸ਼ਟ ਆ, ਇਹ ਵਿਚਾਰ ਕਰਨ ਵਾਲਾ, ਇਹ ਗਾਲਾਂ ਕੱਢਣ ਵਾਲਾ, ਇਹ ਸਾਰਾ ਕੁਝ ਏਦਾਂ ਦੇ ਗਲਤ ਕੰਮ ਕਰਨ ਵਾਲੇ ਬਹੁਤ ਸਾਰੇ ਤੁਹਾਡੇ ਤੇ ਦੋਸ਼ ਲਗਾਉਣ ਵਾਲੇ ਹੋਣਗੇ। ਪਰ ਕੀ ਆ, ਯੀਸ਼ੂ ਮਸੀਹ ਨੇ ਕੀ ਕੀਤਾ ਇੱਥੇ? ਉਹਨਾਂ ਯਹੂਦੀਆਂ ਨੂੰ ਜਵਾਬ ਦਿੱਤਾ। ਇਸ ਤਰ੍ਹਾਂ ਜਵਾਬ ਦਿੱਤਾ, ਬਾਈਬਲ ਜਿੱਦਾਂ ਵਚਨ ਦੱਸ ਰਿਹਾ, ਯੀਸ਼ੂ ਨੇ ਝੁਕਿਆ ਔਰ ਜ਼ਮੀਨ ਦੇ ਉੱਤੇ ਕੁਝ ਲਿਖਣਾ ਸਟਾਰਟ ਕੀਤਾ। ਬਾਈਬਲ ਕਹਿੰਦੀ ਆ, ਉਸਨੇ ਲਿਖ ਕੇ ਉਹਨਾਂ ਨੂੰ ਉੱਤਰ ਦਿੱਤਾ ਕਿ ਪਹਿਲਾ ਪੱਥਰ ਉਹ ਮਾਰੇ ਜਿਸ ਨੇ ਕੋਈ ਪਾਪ ਨਾ ਕੀਤਾ ਹੋਵੇ। ਕਿਉਂਕਿ ਬਾਈਬਲ ਕਹਿੰਦੀ ਆ, ਕੋਈ ਵੀ ਮਨੁੱਖ ਆਪਣੇ ਆਪ ਨੂੰ ਧਰਮੀ ਸਾਬਤ ਨਹੀਂ ਕਰ ਸਕਦਾ, ਸਭ ਨੇ ਪਾਪ ਕੀਤਾ। ਕੋਈ ਮਨੁੱਖ ਏਦਾਂ ਦਾ ਨਹੀਂ ਜਿਹਨੇ ਪਾਪ ਨਹੀਂ ਕੀਤਾ। ਇਸ ਕਰਕੇ ਬਾਈਬਲ ਕਹਿੰਦੀ ਸਾਰਿਆਂ ਨੇ ਪਾਪ ਕੀਤਾ, ਹਰ ਇੱਕ ਨੇ ਪਾਪ ਕੀਤਾ, ਯੀਸ਼ੂ ਮਸੀਹ ਨੂੰ ਛੱਡ ਹਰ ਇੱਕ ਨੇ ਪਾਪ ਕੀਤਾ। ਇਸੇ ਤਰ੍ਹਾਂ ਆਪਾਂ ਪਹਿਲਾ ਯਹੋਨਾ ਉਸ ਦੀ 2 ਦੀ 1 ਔਰ 2 ਪੜਾਂਗੇ। ਉੱਥੇ ਵਚਨ ਕੀ ਕਹਿੰਦਾ, ਹੇ ਮੇਰੇ ਬੱਚਿਓ, ਮੈਂ ਇਹ ਗੱਲ ਤੁਹਾਨੂੰ ਇਸ ਲਈ ਆਖਦਾ ਹਾਂ ਕਿ ਤੁਸੀਂ ਪਾਪ ਨਾ ਕਰੋ, ਅਤੇ ਜੇ ਕੋਈ ਪਾਪ ਕਰੇ ਤਾਂ ਪਿਤਾ ਦੇ ਕੋਲ ਸਾਡਾ ਇੱਕ ਸਹਾਇਕ ਹੈ, ਅਰਥਾਤ ਯੀਸ਼ੂ ਮਸੀਹ, ਜਿਹੜਾ ਧਰਮੀ ਹੈ, ਅਤੇ ਉਹ ਸਾਡੇ ਪਾਪਾਂ ਦਾ ਪ੍ਰਾਯਚਿਤ ਹੈ। ਪਰ ਸਿਰਫ ਸਾਡਾ ਹੀ ਨਹੀਂ, ਸਗੋਂ ਸਾਰੇ ਸੰਸਾਰ ਦਾ ਵੀ ਹੈ। ਪ੍ਰਾਯਚਿਤ ਕੀ ਆ? ਬਾਈਬਲ ਕਹਿੰਦੀ ਆ, ਉਹ ਸਾਡੇ ਪਾਪਾਂ ਦਾ ਪ੍ਰਾਯਚਿਤ ਹੈ। ਪ੍ਰਾਯਚਿਤ ਮਤਲਬ ਕੀ ਆ? ਸਾਡੀ ਜਗ੍ਹਾ ਤੇ ਮਰਨ ਵਾਲਾ। ਹਿੰਦੀ ਵਿੱਚ ਇਸ ਨੂੰ ਕਿਹਾ ਜਾਂਦਾ ਆ ਸਾਡਾ ਕੁਫਾਰਾ, ਜਿਸ ਨੇ ਸਾਡੇ ਪਾਪਾਂ ਦਾ ਮੁੱਲ ਤਾਰਿਆ। ਉਹ ਸਾਡਾ ਕੁਫਾਰਾ, ਉਹ ਸਾਡੀ ਜਗ੍ਹਾ ਤੇ ਆਪਣੀ ਜਾਨ ਦੇਣ ਵਾਲਾ। ਯੀਸ਼ੂ ਮਸੀਹ ਨੇ ਸਾਡੇ ਪਾਪਾਂ ਨੂੰ ਆਪਣੇ ਉੱਪਰ ਲੈ ਲਿਆ। ਜਦੋਂ ਅਸੀਂ ਪਾਪ ਦੇ ਵਿੱਚ ਸੀ, ਜਦੋਂ ਅਸੀਂ ਫਸੇ ਹੋਏ ਸੀ, ਯੀਸ਼ੂ ਮਸੀਹ ਨੇ ਕੀ ਕੀਤਾ? ਸਾਡੇ ਪਾਪਾਂ ਨੂੰ ਆਪਣੇ ਉੱਪਰ ਲੈ ਲਿਆ। ਯੀਸ਼ੂ ਮਸੀਹ ਨੇ ਸਾਨੂੰ ਪਾਪਾਂ ਤੋਂ ਛੁਡਾਉਣ ਲਈ ਇਹ ਸਭ ਕੁਝ ਕੀਤਾ ਕਿ ਉਸ ਨੂੰ ਆਪਣੀ ਜਾਨ ਦੇਣੀ ਪੈ ਗਈ। ਜਿੱਦਾਂ ਆਪਾਂ ਪਹਿਲਾਂ ਵੀ ਉਹਨਾਂ ਪੜ੍ਹਦੇ, ਉਹਦੇ ਵਿੱਚ ਲਿਖਿਆ, ਆਦਿ ਵਿੱਚ ਸ਼ਬਦ ਸੀ, ਸ਼ਬਦ ਹੀ ਪਰਮੇਸ਼ਰ ਦੇ ਸੰਗ ਸੀ, ਸ਼ਬਦ ਹੀ ਪਰਮੇਸ਼ਰ ਸੀ, ਔਰ ਸ਼ਬਦ ਹੀ ਦੇਹਧਾਰੀ ਹੋ ਕੇ ਆਇਆ। ਉਹ ਸ਼ਬਦ ਦੇਹਧਾਰੀ ਯੀਸ਼ੂ ਮਸੀਹ ਸੀ। ਯੀਸ਼ੂ ਮਸੀਹ ਹੀ ਦੇਹਧਾਰੀ ਹੋ ਕੇ ਆਇਆ ਔਰ ਸਾਡੇ ਲਈ ਮਾਰਿਆ ਗਿਆ। ਯੀਸ਼ੂ ਮਸੀਹ ਨੇ
ਮਾਰੇ ਜਾਣ ਤੋਂ ਪਹਿਲਾਂ ਸਾਡੇ ਪਾਪਾਂ ਨੂੰ ਆਪਣੇ ਉੱਪਰ ਲਿਆ, ਸਾਡਿਆਂ ਦੁੱਖਾਂ ਨੂੰ, ਸਾਡੀਆਂ ਤਕਲੀਫਾਂ ਨੂੰ ਉਹ ਜਾਣਦਾ ਸੀ, ਇਸ ਲਈ ਉਹਨੇ ਸਾਡੇ ਦੁੱਖਾਂ ਤਕਲੀਫਾਂ ਨੂੰ ਆਪਣੇ ਉੱਪਰ ਲੈ ਲਿਆ। ਹੁਣ ਏਦਾਂ ਅਸੀਂ ਫਿਰ ਯੋਹਨਾ 8:10 ਔਰ 11 ਪੜਾਂਗੇ। हालेलुया, थैंक यू लॉर्ड जीसस, हालेलुया। यीशु ने उस औरत ਵੱਲ ਵੇਖੇ ਅਤੇ ਆਖਣ ਲੱਗਾ, ਹੇ ਔਰਤ, ਉਹ ਕਿੱਥੇ ਹਨ ਕਿ ਕਿਸੇ ਨੇ ਵੀ ਤੈਨੂੰ ਦੋਸ਼ੀ ਕਰਾਰ ਨਹੀਂ ਦਿੱਤਾ? ਉਸ ਔਰਤ ਨੇ ਉੱਤਰ ਦਿੱਤਾ, ਨਹੀਂ ਪ੍ਰਭੂ ਜੀ, ਮੈਨੂੰ ਕਿਸੇ ਨੇ ਵੀ ਦੋਸ਼ੀ ਕਰਾਰ ਨਹੀਂ ਦਿੱਤਾ। ਫਿਰ ਯੀਸ਼ੂ ਨੇ ਆਖਿਆ, ਤਾਂ ਮੈਂ ਵੀ ਤੈਨੂੰ ਦੋਸ਼ੀ ਹੋਣ ਦਾ ਨਿਆਂ ਨਹੀਂ ਕਰਦਾ। ਹੁਣ ਤੂੰ ਚਲੀ ਜਾ, ਪਰ ਫਿਰ ਪਾਪ ਨਾ ਕਰੀ। ਯੀਸ਼ੂ ਮਸੀਹ ਨੇ ਉਸ ਲੜਕੀ ਨੂੰ ਕਿਹਾ, ਉਹ ਕਿੱਥੇ ਆ ਜਿਹੜੇ ਤੈਨੂੰ ਦੋਸ਼ੀ ਕਰਾਰ ਦੇ ਰਹੇ ਸੀ? ਕੌਣ ਆ ਜੋ ਤੈਨੂੰ ਦੋਸ਼ੀ ਕਰਾਰ ਦੇ ਰਿਹਾ? ਉਸ ਔਰਤ ਨੇ ਕਿਹਾ, ਮੈਨੂੰ ਕਿਸੇ ਨੇ ਵੀ ਦੋਸ਼ੀ ਕਰਾਰ ਨਹੀਂ ਦਿੱਤਾ। ਯੀਸ਼ੂ ਮਸੀਹ ਨੇ ਕਿਹਾ, ਜਾਂ ਫਿਰ ਮੈਂ ਵੀ ਤੈਨੂੰ ਦੋਸ਼ੀ ਹੋਣ ਦਾ ਨਿਆਂ ਨਹੀਂ ਕਰਦਾ। ਉਹ ਔਰਤ ਕੌਣ ਸੀ? ਉਹ ਔਰਤ ਅਸੀਂ ਸੀ। ਉਹ ਔਰਤ ਹੋ ਸਕਦਾ ਤੁਸੀਂ ਸੀ, ਜਦੋਂ ਤੁਸੀਂ ਪਾਪਾਂ ਦੇ ਵਿੱਚ ਫਸੇ ਹੋਏ ਸੀ, ਜਦੋਂ ਤੁਸੀਂ ਗਲਤੀਆਂ ਵਿੱਚ ਫਸੇ ਹੋਏ ਸੀ। ਉਹ ਔਰਤ ਤੁਸੀਂ ਹੋ ਸਕਦੇ ਹੋ, ਉਹ ਔਰਤ ਮੈਂ ਸੀ, ਜੋ ਅਸੀਂ ਵਿਚਾਰ ਕਰਦੇ ਸੀ, ਗਲਤ ਕੰਮ ਕਰਦੇ ਸੀ, ਪੁੱਠੀ ਸੰਗਤੀ ਵਿੱਚ ਫਸੇ ਹੋਏ ਸੀ। ਪਰ ਯੀਸ਼ੂ ਮਸੀਹ ਨੇ ਸਾਨੂੰ ਕੀ ਕੀਤਾ? ਬਚਾ ਲਿਆ। ਯੀਸ਼ੂ ਮਸੀਹ ਨੇ ਕੀ ਕੀਤਾ? ਆਪਣੀ ਜਾਨ ਦੇ ਕੇ ਸਾਡੇ ਪਾਪਾਂ ਨੂੰ ਆਪਣੇ ਉੱਪਰ ਲੈ ਲਿਆ ਔਰ ਸਾਡੇ ਲਈ ਮਾਰਿਆ ਗਿਆ, ਗਾੜਿਆ ਗਿਆ, ਦਫਨਾਇਆ ਗਿਆ ਔਰ ਮੁਰਦਿਆਂ ਵਿੱਚੋਂ ਤੀਸਰੇ ਦਿਨ ਜੀ ਉੱਠਿਆ। ਯੀਸ਼ੂ ਮਸੀਹ ਨੇ ਸਾਡੇ ਲਈ ਤਾੜਨਾ ਸਹੀ, ਤਾਂ ਜੋ ਕਿ ਸਾਨੂੰ ਇਸ ਚੀਜ਼ ਤੋਂ ਬਚਾ ਸਕੇ। ਪਰ ਹੁਣ ਕੀ ਆ ਸਾਡੇ ਵਿਚਕਾਰ? ਆ ਤੁਸੀਂ ਖੜੇ ਹੋ ਔਰ ਆ ਪਰਮੇਸ਼ਰ ਖੜਾ ਹੈ ਔਰ ਡੈਵਲ ਆ ਗਿਆ ਸਾਡੇ ਵਿਚਕਾਰ। ਡੈਵਲ ਆ ਗਿਆ। ਪਰਮੇਸ਼ਰ ਆ ਤੁਸੀਂ ਹੋ, ਆ ਪਰਮੇਸ਼ਰ ਹੋ, ਔਰ ਸਾਡੇ ਵਿਚਕਾਰ ਕੌਣ ਆ ਗਿਆ? ਡੈਵਲ। ਬਾਈਬਲ ਕਹਿੰਦੀ ਸ਼ੈਤਾਨ ਝੂਠਾ ਤੇ ਝੂਠ ਦਾ ਪਤੰਦਰ ਆ। ਉਹ ਤੁਹਾਨੂੰ ਕਦੀ ਵੀ ਪਰਮੇਸ਼ਰ ਦੇ ਕੋਲ ਨਹੀਂ ਜਾਣ ਦਊਗਾ। ਉਹ ਤੁਹਾਨੂੰ ਝੂਠੀਆਂ ਗੱਲਾਂ ਵਿੱਚ ਫਸਾਊਗਾ, ਉਹ ਲਾਲਚ ਵਿੱਚ ਫਸਾਊਗਾ, ਤਾਂ ਜੋ ਕਿ ਤੁਸੀਂ ਮਿਸਰ ਦੀ ਗੁਲਾਮੀ ਵਿੱਚੋਂ ਨਿਕਲੇ ਆ, ਤੁਹਾਨੂੰ ਫਿਰ ਮਿਸਰ ਦੀ ਗੁਲਾਮੀ ਵਿੱਚ ਲੈ ਆਉਣਾ ਚਾਹੇਗਾ। ਤੁਹਾਨੂੰ ਮਿਸਰ ਦੀ ਗੁਲਾਮੀ ਚੋਂ ਪਰਮੇਸ਼ਰ ਨੇ ਛੁਡਾਇਆ। ਔਰ ਇੱਥੇ ਕੀ ਕਰ ਰਿਹਾ ਸ਼ੈਤਾਨ? ਕੀ ਆ ਕੀ ਕਰਦਾ? ਉਹ ਤੁਹਾਡੇ ਉੱਤੇ ਦੋਸ਼ ਲਗਾਉਣੇ ਸਟਾਰਟ ਕਰਦਾ। ਜੇ ਤੁਹਾਡੇ ਤੋਂ ਫਿਰ ਕੋਈ ਪਰਮੇਸ਼ਰ ਚ ਆ ਕੇ ਪਰਮੇਸ਼ਰ ਤੁਹਾਨੂੰ ਨਿਆਂ ਤੁਹਾਡਾ ਕਰ ਦਿੰਦਾ ਕਿ ਹਾਂ ਮੈਂ ਤੈਨੂੰ ਪਾਪੀ ਨਹੀਂ ਠਹਿਰਾਉਂਦਾ, ਪਰ ਫਿਰ ਵੀ ਤੁਹਾਡੇ ਕੋਲ ਗਲਤੀ ਹੁੰਦੀ ਆ, ਸ਼ੈਤਾਨ ਕੀ ਕਰਦਾ? ਪਰਮੇਸ਼ਰ ਦੇ ਸਾਹਮਣੇ ਆ ਕੇ ਤੁਹਾਡੇ ਉੱਤੇ ਦੋਸ਼ ਲਗਾਉਣੇ ਸਟਾਰਟ ਕਰ ਦਿੰਦਾ। ਉਹ ਯੀਸ਼ੂ ਮਸੀਹ ਨੂੰ ਕਹਿੰਦਾ, ਜੋ ਸ਼ੈਤਾਨ ਤੁਹਾਡੇ ਵਿਚਕਾਰ ਆ ਕੇ ਖੜਾ, ਉਹ ਕੀ ਕਹਿੰਦਾ ਯੀਸ਼ੂ ਮਸੀਹ ਨੂੰ? ਉਹ ਯੀਸ਼ੂ ਮਸੀਹ ਨੂੰ ਕਹਿੰਦਾ ਇਹ ਪਾਪੀ ਆ। ਪਰ ਯੀਸ਼ੂ ਮਸੀਹ ਉਸ ਨੂੰ ਕੀ ਆਨਸਰ ਕਰਦੇ? ਯੀਸ਼ੂ ਮਸੀਹ ਕਹਿੰਦੇ ਇਹਦੇ ਪਾਪਾਂ ਦਾ ਮੁੱਲ ਮੈਂ ਚੁਕਾ ਦਿੱਤਾ, ਇਸਦੇ ਪਾਪਾਂ ਦਾ ਬਿੱਲ ਮੈਂ ਪੇ ਕਰ ਦਿੱਤਾ। ਪਰ ਦੋਸ਼ ਲਾਉਣ ਵਾਲਾ ਫਿਰ ਕਹਿੰਦਾ ਇਹਦਾ ਪਾਪ ਵੱਡਾ ਹੈ, ਇਹ ਮੌਤ ਦੇ ਕਾਬਿਲ ਆ। ਉਹ ਕੀ ਕਹਿੰਦਾ ਯੀਸ਼ੂ ਮਸੀਹ ਨੂੰ? ਕਹਿੰਦਾ ਇਹਦਾ ਪਾਪ ਵੱਡਾ ਆ ਔਰ ਇਹ ਮੌਤ ਦੇ ਕਾਬਿਲ ਆ। ਪਰ ਯੀਸ਼ੂ ਮਸੀਹ ਨੇ ਉਹਨੂੰ ਕੀ ਉੱਤਰ ਦਿੱਤਾ? ਮੈਂ ਇਹਦੀ ਮੌਤ ਨੂੰ ਆਪਣੇ ਉੱਪਰ ਲੈ ਲਿਆ, ਇਹਦੀ ਮੌਤ ਦਾ ਬਿੱਲ ਪੇ ਕਰ ਦਿੱਤਾ, ਇਹਦੀ ਸਜ਼ਾ ਨੂੰ ਮੈਂ ਆਪਣੇ ਉੱਪਰ ਲੈ ਲਿਆ, ਤਾਂ ਜੋ ਇਹ ਹੁਣ ਸਜ਼ਾ ਦੇ ਯੋਗ ਨਹੀਂ ਆ, ਇਹ ਸਜ਼ਾ ਦੇ ਕਾਬਿਲ ਨਹੀਂ ਆ। ਦੋਸ਼ ਲਾਉਣ ਵਾਲਾ ਫਿਰ ਕਹਿੰਦਾ ਇਹ ਤੁਹਾਡੇ ਲਾਇਕ ਨਹੀਂ ਆ। ਯੀਸ਼ੂ ਮਸੀਹ ਨੂੰ ਕਹਿੰਦਾ ਇਹ ਤੁਹਾਡੇ ਲਾਇਕ ਨਹੀਂ ਆ। ਹੋ ਸਕਦਾ ਉਹ ਤੁਹਾਡੇ ਵਿਰੁੱਧ ਕਹਿ ਰਿਹਾ ਹੋਵੇ ਯੀਸ਼ੂ ਮਸੀਹ ਨੂੰ, ਇਹ ਯੀਸ਼ੂ ਮਸੀਹ ਦੇ ਲਾਇਕ ਨਹੀਂ ਆ, ਇਹ ਯੀਸ਼ੂ ਤੇਰੇ ਲਾਇਕ ਨਹੀਂ ਆ। ਪਰ ਯੀਸ਼ੂ ਮਸੀਹ ਆਨਸਰ ਦਿੰਦੇ ਆ, ਜੋ ਲਾਇਕ ਨਹੀਂ ਹੁੰਦਾ ਉਹਦੇ ਉੱਤੇ ਹੀ ਦਇਆ ਕੀਤੀ ਜਾਂਦੀ ਹੈ। ਜਿਸ ਤਰ੍ਹਾਂ ਬਾਈਬਲ ਕਹਿੰਦੀ ਆ, ਮੈਂ ਜਗਤ ਦੇ ਮੂਰਖਾਂ ਨੂੰ ਚੁਣ ਲਿਆ ਤਾਂ ਜੋ ਆਪਣੇ ਆਪ ਨੂੰ ਜੋ ਬੁੱਧੀਮਾਨ ਅਖਵਾਉਂਦੇ ਉਹਨਾਂ ਨੂੰ ਲੱਜਤ ਕਰਨ ਲਈ। ਇਸੇ ਕਾਰਨ ਯੀਸ਼ੂ ਮਸੀਹ ਕੀ ਕਹਿੰਦੇ ਆ? ਉਸ ਦੋਸ਼ੀ ਨੂੰ, ਉਸ ਦੋਸ਼ ਲਾਉਣ ਵਾਲੇ ਨੂੰ ਕਹਿੰਦੇ ਆ ਉਸ ਦੇ ਉੱਤੇ ਹੀ ਦਇਆ ਹੁੰਦੀ ਜੋ ਉਸ ਦੇ ਕਾਬਿਲ ਨਹੀਂ ਹੈ।
ਤੁਸੀਂ ਹੋ ਸਕਦਾ ਕਾਬਿਲ ਨਹੀਂ ਸੀ, ਪਰ ਯੀਸ਼ੂ ਮਸੀਹ ਦੀ ਦਇਆ ਤੁਹਾਡੇ ਉੱਤੇ ਆ ਚੁੱਕੀ ਹੈ ਯੀਸ਼ੂ ਦੇ ਨਾਮ ਵਿੱਚ। ਹਾਲੇਲੂਇਆ। ਤੁਹਾਡੇ ਉੱਤੇ ਉਸ ਦੀ ਦਇਆ ਆ ਚੁੱਕੀ ਹੈ ਯੀਸ਼ੂ ਦੇ ਸਾਮਰਥੀ ਨਾਮ ਦੇ ਵਿੱਚ। ਹਾਲੇਲੂਇਆ। ਫਿਰ ਕੀ ਕਰਦਾ? ਦੋਸ਼ ਲਾਉਣ ਵਾਲਾ ਜੋ, ਹਾਲੇਲੂਇਆ, ਜੋ ਦੋਸ਼ ਲਾਉਣ ਵਾਲਾ, ਉਹ ਆਪਣੇ ਹਥਿਆਰਾਂ ਨੂੰ ਸਿੱਟ ਕੇ ਚਲਾ ਜਾਂਦਾ। ਕਿਉਂ ਸਿੱਟ ਕੇ ਚਲਾ ਜਾਂਦਾ? ਕਿਉਂਕਿ ਯੀਸ਼ੂ ਮਸੀਹ ਨੇ ਤੁਹਾਡਾ ਬਿੱਲ ਪੇ ਕਰ ਦਿੱਤਾ, ਤੁਹਾਡੀ ਮੌਤ ਦਾ ਬਿੱਲ ਪੇ ਕਰ ਦਿੱਤਾ, ਤੁਹਾਡੇ ਪਾਪ ਦਾ ਬਿੱਲ ਪੇ ਕਰ ਦਿੱਤਾ। ਤੁਹਾਡੇ ਪਾਪਾਂ ਨੂੰ ਆਪਣੇ ਉੱਪਰ ਲੈ ਲਿਆ, ਤੁਹਾਡੀ ਮੌਤ ਨੂੰ ਆਪਣੇ ਉੱਪਰ ਲੈ ਲਿਆ। ਹਾਲੇਲੂਇਆ। ਹੁਣ ਦੋਸ਼ੀ ਕੀ ਕਰ ਰਿਹਾ? ਦੋਸ਼ੀ ਆਪਣੇ ਸਾਰੇ ਹਥਿਆਰਾਂ ਨੂੰ ਛੱਡ ਕੇ ਚਲਾ ਗਿਆ। ਉਸਨੇ ਆਪਣੇ ਸਾਰੇ ਹਥਿਆਰ ਜੋ ਤੁਹਾਡੇ ਉੱਤੇ ਅਟੈਕ ਕਰਨਾ ਹੋ ਸਕਦਾ ਸੀ, ਕਿ ਤੁਹਾਡੇ ਉੱਤੇ ਦੋਸ਼ ਲਗਾ ਕੇ ਤੁਹਾਡੇ ਉੱਤੇ ਅਟੈਕ ਕਰਨੇ ਸੀ, ਪਰ ਉਹ ਤੁਹਾਡੇ ਉੱਤੇ ਕੋਈ ਵੀ ਦੋਸ਼ ਨੂੰ ਨਹੀਂ ਦੇਖ ਪਾਇਆ, ਕਿਉਂਕਿ ਯੀਸ਼ੂ ਮਸੀਹ ਨੇ ਤੁਹਾਡੇ ਸਾਰੇ ਪਾਪਾਂ ਦਾ ਬਿੱਲ ਪੇ ਕਰ ਦਿੱਤਾ, ਤੁਹਾਡੇ ਪਾਪਾਂ ਦਾ ਮੁੱਲ ਦੇ ਦਿੱਤਾ। ਉਹ ਆਪਣੇ ਸਾਰੇ ਹਥਿਆਰਾਂ ਨੂੰ ਸਿੱਟ ਕੇ ਚਲਾ ਜਾਂਦਾ। ਇਸੇ ਤਰ੍ਹਾਂ ਫਰੀਸੀ ਅਤੇ ਸਦੂਕੀ ਲੋਕ, ਇਸੇ ਤਰ੍ਹਾਂ ਉਹ ਫਰੀਸੀ ਅਤੇ ਸਦੂਕੀ ਲੋਕ ਆਪਣੇ ਪੱਥਰਾਂ ਨੂੰ ਸਿੱਟ ਕੇ ਚਲੇ ਗਏ। ਜਿਸ ਤਰ੍ਹਾਂ ਬਾਈਬਲ ਕਹਿੰਦੀ ਆ, ਉਹ ਸਦੂਕੀ ਔਰ ਫਰੀਸੀ ਲੋਕ ਆਪਣੇ ਪੱਥਰਾਂ ਨੂੰ ਕਰਕੇ ਸਿੱਟ ਕੇ ਇੱਕ ਇੱਕ ਜਾਣਾ ਕਰਕੇ ਉਸ ਜਗ੍ਹਾ ਦੇ ਉੱਤੇ ਚਲੇ ਗਏ। ਆਪਾਂ ਵਚਨ ਦੇ ਵਿੱਚੋਂ ਇਸੇ ਤਰ੍ਹਾਂ ਪੜ੍ਹਦੇ ਹਾਂ 8, 10 ਔਰ 11। ਯੀਸ਼ੂ, ਆਪਾਂ ਇਸੇ ਤਰ੍ਹਾਂ 8 ਦੀ 9 ਆਇਤ ਤੋਂ ਸਟਾਰਟ ਕਰਾਂਗੇ ਪੜ੍ਹਨਾ। ਜੋ ਯੀਸ਼ੂ ਨੇ ਆਖਿਆ, ਲੋਕਾਂ ਨੇ ਸੁਣਿਆ ਅਤੇ ਉਹ ਇੱਕ ਇੱਕ ਕਰਕੇ ਜਾਣ ਲੱਗੇ। ਸਭ ਤੋਂ ਪਹਿਲਾਂ ਬਜ਼ੁਰਗ ਲੋਕ ਗਏ, ਫਿਰ ਹੋਰ ਸਾਰੇ ਲੋਕ ਵੀ ਚਲੇ ਗਏ। ਯੀਸ਼ੂ ਇਕੱਲਾ ਉਸ ਔਰਤ ਨਾਲ ਰਹਿ ਗਿਆ ਜੋ ਉਸ ਦੇ ਸਾਹਮਣੇ ਖੜੀ ਸੀ। ਕੀ ਹੋਇਆ? ਉਹ ਦੋਸ਼ ਲਾਉਣ ਵਾਲਾ ਸ਼ੈਤਾਨ ਆਪਣੇ ਹਥਿਆਰਾਂ ਨੂੰ ਸੱਟ ਕੇ ਚਲਾ ਗਿਆ। ਉਹ ਸ਼ਰਮਿੰਦਾ ਹੋ ਗਿਆ। ਉਹ ਕੀ ਹੋਇਆ? ਫਰੀਸੀ ਅਤੇ ਸਦੂਕੀ ਲੋਕ ਸੀ, ਉਹ ਦੋਸ਼ ਲਾਉਣ ਵਾਲੇ। ਉਹ ਸ਼ੈਤਾਨ ਸੀ, ਉਹ ਡੈਵਲ ਸੀ, ਜਿਹੜਾ ਤੁਹਾਡੇ ਸਾਹਮਣੇ ਖੜ ਕੇ ਤੁਹਾਡੇ ਉੱਤੇ ਦੋਸ਼ ਲਾ ਰਿਹਾ ਸੀ। ਪਰਮੇਸ਼ਰ ਦੇ ਸਾਹਮਣੇ ਖੜ ਕੇ ਤੁਹਾਡੇ ਉੱਤੇ ਦੋਸ਼ ਲਗਾ ਰਿਹਾ ਸੀ, ਇਹ ਪਾਪੀ ਆ, ਇਹਦਾ ਪਾਪ ਵੱਡਾ ਹੈ, ਮੌਤ ਦੇ ਕਾਬਿਲ ਆ, ਇਹ ਤੁਹਾਡੇ ਯੋਗ ਨਹੀਂ ਆ। ਪਰ ਯੀਸ਼ੂ ਮਸੀਹ ਨੇ ਕੀ ਕੀਤਾ? ਬਿੱਲ ਪੇ ਕਰ ਦਿੱਤਾ। ਯੀਸ਼ੂ ਮਸੀਹ ਨੇ ਤੁਹਾਡੀ ਮੌਤ ਦਾ ਬਿੱਲ ਪੇ ਕਰ ਦਿੱਤਾ। ਤੁਹਾਡੇ ਪਾਪਾਂ ਦੇ ਖਾਤਰ ਉਹ ਮਾਰਿਆ ਗਿਆ, ਤੁਹਾਡੀ ਮੌਤ ਨੂੰ ਆਪਣੇ ਉੱਪਰ ਲੈ ਲਿਆ। ਉਹਨੇ ਕੀ ਕੀਤਾ? ਤੁਹਾਡਾ ਬਿੱਲ ਪੇ ਕਰ ਦਿੱਤਾ। ਤੇ ਉਹ ਸ਼ੈਤਾਨ ਆਪਣੇ ਹਥਿਆਰਾਂ ਨੂੰ ਸਿੱਟ ਕੇ ਚਲਾ ਗਿਆ। ਉਹ ਸ਼ਰਮਿੰਦਾ ਹੋ ਗਿਆ, ਉਹ ਆਪਣੇ ਹਥਿਆਰਾਂ ਨੂੰ ਸਿੱਟ ਕੇ ਚਲਾ ਗਿਆ। ਜਿਸ ਤਰ੍ਹਾਂ ਬਾਈਬਲ ਕਹਿੰਦੀ ਹੈ, ਫਰੀਸੀ ਅਤੇ ਸਦੂਕੀ ਲੋਕਾਂ ਨੇ ਯੀਸ਼ੂ ਦੀ ਗੱਲ ਸੁਣੀ ਅਤੇ ਇੱਕ ਇੱਕ ਕਰਕੇ ਆਪਣੇ ਹਥਿਆਰਾਂ ਨੂੰ ਸਿੱਟਿਆ, ਆਪਣੇ ਪੱਥਰਾਂ ਨੂੰ ਸਿੱਟ ਕੇ ਉਸ ਜਗ੍ਹਾ ਦੇ ਤੋਂ ਚਲੇ ਗਏ। ਤੇ ਯੀਸ਼ੂ ਇਕੱਲਾ ਰਹਿ ਗਿਆ। ਉਸ ਦੇ ਕੋਲ ਉਹ ਔਰਤ ਰਹਿ ਗਈ ਜਿਸ ਦੇ ਉੱਤੇ ਦੋਸ਼ ਲਗਾਉਂਦੇ ਸੀ। ਇਸੇ ਤਰ੍ਹਾਂ ਤੁਸੀਂ ਰਹਿ ਗਏ ਹੋ, ਯੀਸ਼ੂ ਮਸੀਹ ਤੁਹਾਡੇ ਕੋਲ ਆ। ਹਾਲੇਲੂਇਆ। ਯੀਸ਼ੂ ਮਸੀਹ ਹੁਣ ਕੀ ਆ? ਤੁਹਾਡੇ ਕੋਲ ਆ। ਹੁਣ ਤੁਹਾਨੂੰ ਲੋੜ ਆ ਕਿ ਤੁਸੀਂ ਫਿਰ ਤੋਂ ਪਾਪ ਨਾ ਕਰੋ। ਜਿਸ ਤਰ੍ਹਾਂ ਆਪਾਂ ਪਹਿਲਾਂ ਯਹੋਨਾ ਪੜ੍ਹਦੇ ਆ, ਉਹਦੇ ਵਿੱਚ ਕੀ ਕਹਿ ਰਿਹਾ ਵਚਨ ਸਾਨੂੰ? ਹਾਲੇਲੂਇਆ। ਪਹਿਲਾਂ ਯਹੋਨਾ 2 ਦੀ 1 ਔਰ 2 ਪੜ੍ਹਦੇ ਆ। ਹੇ ਮੇਰੇ ਬੱਚਿਓ, ਮੈਂ ਤੁਹਾਨੂੰ ਇਹ ਗੱਲਾਂ ਇਸ ਲਈ ਆਖਦਾ ਹਾਂ ਕਿ ਤੁਸੀਂ ਪਾਪ ਨਾ ਕਰੋ। ਕੀ ਕਹਿ ਰਿਹਾ ਵਚਨ? ਇਹ ਮੇਰੇ ਬੱਚਿਓ, ਪਰਮੇਸ਼ਰ ਅੱਜ ਤੁਹਾਨੂੰ ਕਹਿ ਰਿਹਾ, ਹੈ ਮੇਰੇ ਬੱਚੇ, ਇਹ ਮੇਰੀ ਬੱਚੀ, ਫਿਰ ਤੋਂ ਪਾਪ ਨਾ ਕਰ, ਕਿਉਂਕਿ ਉਹਨੇ ਤੁਹਾਡੇ ਪਾਪਾਂ ਦਾ ਬਿੱਲ ਪੇ ਕਰ ਦਿੱਤਾ। ਉਹਨੇ ਤੁਹਾਡੇ ਪਾਪਾਂ ਦੀ ਸਜ਼ਾ ਨੂੰ ਆਪਣੇ ਉੱਪਰ ਲੈ ਲਿਆ। ਅੱਜ ਕੀ ਆ? ਬਹੁਤ ਸਾਰੇ ਵਿਸ਼ਵਾਸੀ ਆ, ਬਹੁਤ ਸਾਰੇ ਪਰਮੇਸ਼ਰ ਦੇ ਲੋਕ ਆ ਜੋ ਕੀ ਆ ਅੱਜ ਫਿਰ ਪਰਮੇਸ਼ਰ ਨੂੰ ਉਸ ਦੀ ਕੁਰਬਾਨੀ ਨੂੰ ਭੁੱਲ ਗਏ। ਉਹ ਭੁੱਲ ਗਿਆ, ਉਹ ਡੈਵਲ ਦੇ ਜਾਲ ਦੇ ਵਿੱਚ ਫਸ ਚੁੱਕਿਆ, ਜਿਸ ਨੂੰ ਸ਼ੈਤਾਨ ਨੇ ਆਪਣਾ ਜਾਲ ਇਸ ਤਰੀਕੇ ਨਾਲ ਵਿਛਾ ਦਿੱਤਾ ਕਿ ਪਰਮੇਸ਼ਰ ਦੇ ਲੋਕ ਉਸ ਜਾਲ ਦੇ ਵਿੱਚ ਫਸਦੇ ਜਾਂਦੇ ਆ। ਪਰ ਵਚਨ ਸਾਨੂੰ ਕਹਿੰਦਾ ਹੈ ਕਿ ਪਰਮੇਸ਼ਰ ਨੇ ਤੁਹਾਡੇ ਪਾਪਾਂ ਦੇ ਲਈ ਆਪਣੀ ਜਾਨ ਦੇ ਕੇ ਤੁਹਾਡੀ ਕੀਮਤ ਅਦਾ ਕਰ ਦਿੱਤੀ। ਉਹਨਾਂ ਪਾਪਾਂ ਦੀ ਕੀਮਤ ਅਦਾ ਕਰ ਦਿੱਤੀ ਆ। ਤੁਹਾਨੂੰ ਬਚਾਉਣ ਦੇ ਲਈ ਉਹ ਖੁਦ ਮਾਰਿਆ ਗਿਆ। ਤੁਹਾਡੇ ਪਾਪਾਂ ਨੂੰ ਆਪਣੇ ਉੱਪਰ ਲੈ ਲਿਆ, ਉਸ ਮੌਤ ਨੂੰ ਆਪਣੇ ਉੱਪਰ ਲੈ ਲਿਆ ਜੋ ਤੁਹਾਡੀ ਸੀ। ਕਿਉਂ ਲੈ ਲਿਆ ਉਹਨੇ ਆਪਣੇ ਉੱਪਰ? ਕਿਉਂਕਿ ਤੁਸੀਂ ਆਨੰਦਿਤ ਜੀਵਨ ਜੀ ਸਕੋ। ਹਾਲੇਲੂਇਆ। ਪਰਮੇਸ਼ਰ ਤੁਹਾਨੂੰ ਅੱਜ ਬਹੁਤ ਪਿਆਰ ਕਰਦਾ। ਉਹ ਵਿਚਾਰਿਕ ਅਸੀਂ ਸੀ,
ਪ੍ਰਭੂ ਯੀਸ਼ੂ ਮਸੀਹ ਨੇ ਸਾਨੂੰ ਬਚਾ ਲਿਆ, ਸਾਡੀ ਲਾਈਫ ਦੇ ਵਿੱਚ ਆਏ। ਉਹਨਾਂ ਨੇ ਸਾਨੂੰ ਫਰੀਸੀਆ ਸਦੂਕੀ ਲੋਕਾਂ ਦੀਆਂ ਗੱਲਾਂ ਤੋਂ ਬਚਾ ਲਿਆ, ਸਾਨੂੰ ਡੈਵਲ ਦੀ ਯੋਜਨਾ ਤੋਂ ਬਚਾ ਲਿਆ। ਇਸੇ ਤਰ੍ਹਾਂ ਵਚਨ ਸਾਨੂੰ ਕਹਿੰਦਾ, ਹੇ ਮੇਰੇ ਬੱਚਿਓ, ਮੈਂ ਇਹ ਗੱਲ ਤੁਹਾਨੂੰ ਇਸ ਲਈ ਆਖਦਾ ਹਾਂ ਕਿ ਤੁਸੀਂ ਪਾਪ ਨਾ ਕਰੋ। ਅੱਜ ਕਿਹਾ ਤੁਸੀਂ ਪਾਪ ਨਾ ਕਰੋ। ਪਰਮੇਸ਼ਰ ਦੇ ਸਨਮੁਖ ਬੈਠੋ, ਪਰਮੇਸ਼ਰ ਦੇ ਸਾਹਮਣੇ ਬੈਠੋ, ਪਰਮੇਸ਼ਰ ਦੀ ਸਮਾਨਤਾ ਦੇ ਵਿੱਚ ਤੁਸੀਂ ਬਣਾਏ ਗਏ ਹੋ। ਪਰਮੇਸ਼ਰ ਤੁਹਾਨੂੰ ਪਿਆਰ ਕਰਦਾ, ਪਰਮੇਸ਼ਰ ਤੁਹਾਨੂੰ ਅੱਜ ਵੀ ਪਿਆਰ ਕਰਦਾ ਔਰ ਕਰਦਾ ਸੀ, ਕਰਦਾ ਹੈ ਤੇ ਕਰਦਾ ਹੀ ਰਹੇਗਾ। ਉਹ ਤੁਹਾਡੀ ਵੇਟ ਕਰਦਾ, ਇਸ ਲਈ ਵੇਟ ਕਰਦਾ ਕਿ ਤੁਸੀਂ ਤੁਹਾਡੇ ਪਾਪਾਂ ਦਾ ਬਿੱਲ ਉਸਨੇ ਪੇ ਕੀਤਾ, ਉਹਨੇ ਤੁਹਾਡੀ ਸਜ਼ਾ ਆਪਣੇ ਉੱਪਰ ਲੈ ਲਈ। ਹਾਲੇਲੂਇਆ। ਮੈਂ ਵਿਸ਼ਵਾਸ ਕਰਦਾ ਇਹ ਜੋ ਵਚਨ ਤੁਹਾਨੂੰ ਪਾਪ ਕਰਨ ਤੋਂ ਰੋਕੇਗਾ ਯਿਸੂ ਦੇ ਨਾਮ ਦੇ ਵਿੱਚ। ਉਹ ਸ਼ੈਤਾਨ ਨੂੰ ਸ਼ਰਮਿੰਦਾ ਕਰਕੇ ਤੁਹਾਡੀ ਲਾਈਫ ਦੇ ਵਿੱਚੋਂ ਕੱਢੇਗਾ ਯਿਸੂ ਦੇ ਸਾਮਰਥੀ ਨਾਮ ਦੇ ਵਿੱਚ। ਪਾਪ ਤੁਹਾਡੇ ਜੀਵਨ ਦਾ ਹਿੱਸਾ ਨਹੀਂ ਹੈ ਯਿਸੂ ਦੇ ਸਾਮਰਥੀ ਨਾਮ ਦੇ ਵਿੱਚ। ਹਰ ਇੱਕ ਪਾਪ ਦੀ ਆਤਮਾ ਮੈਂ ਤੈਨੂੰ ਕਮਾਂਡ ਕਰਦਾ ਯਿਸੂ ਦੇ ਸਾਮਰਥੀ ਨਾਮ ਦੇ ਵਿੱਚ। ਤੂੰ ਸਾਡੀ ਲਾਈਫ ਦਾ ਹਿੱਸਾ ਨਹੀਂ ਹੈ, ਤੂੰ ਇਹਨਾਂ ਦੀ ਲਾਈਫ ਦਾ ਹਿੱਸਾ ਨਹੀਂ ਹੈ। ਯਿਸੂ ਨੇ ਸਾਡੇ ਪਾਪਾਂ ਦਾ ਮੁੱਲ ਪੇ ਕਰ ਦਿੱਤਾ, ਸਾਡੇ ਪਾਪਾਂ ਦੀ ਕੀਮਤ ਅਦਾ ਕਰ ਦਿੱਤੀ ਹੈ। हे ਦੋਸ਼ੀ ਆਤਮਾ, ਤੇਰਾ ਸਾਡੀ ਲਾਈਫ ਦੇ ਵਿੱਚ ਕੋਈ ਅਧਿਕਾਰ ਨਹੀਂ ਹੈ। ਯਿਸੂ ਨੇ ਸਾਨੂੰ ਆਜ਼ਾਦ ਕਰ ਦਿੱਤਾ ਯਿਸੂ ਦੇ ਸਾਮਰਥੀ ਨਾਮ 'ਚ। ਉਹਨੇ ਸਾਡੇ ਪਾਪਾਂ ਦੀ ਕੀਮਤ ਅਦਾ ਕੀਤੀ, ਸਾਡੀ ਮੌਤ ਦੀ ਕੀਮਤ ਅਦਾ ਕਰ ਦਿੱਤੀ, ਸਾਨੂੰ ਉਸ ਚੀਜ਼ ਦੇ ਕਾਬਿਲ ਬਣਾਇਆ ਜੋ ਅਸੀਂ ਕਾਬਿਲ ਨਹੀਂ ਸੀ। ਮੈਂ ਯਿਸੂ ਦੇ ਨਾਮ ਦੇ ਵਿੱਚ ਤੁਹਾਨੂੰ ਪਾਪ ਤੋਂ ਰਹਿਤ ਹੋਣ ਦੀ ਬਲੈਸ ਕਰਦਾ, ਯਿਸੂ ਦੇ ਸਾਮਰਥੀ ਨਾਮ ਦੇ ਵਿੱਚ। ਪਾਪ ਤੋਂ ਰਹਿਤ ਹੋਣ ਲਈ ਯਿਸੂ ਦੇ ਨਾਮ ਦੇ ਵਿੱਚ ਬਲੈਸ ਕਰਦਾ, ਬਲੈਸ ਕਰਦਾ। ਬਲੈਸ ਇਨ ਦਾ ਨੇਮ ਆਫ ਦਾ ਜੀਸਸ ਕ੍ਰਾਈਸਟ। ਪਿਤਾ ਪਰਮੇਸ਼ਰ, ਇਹ ਜੋ ਵਚਨ ਇਹਨਾਂ ਸੁਣਨ ਵਾਲਿਆਂ ਦੀ ਜ਼ਿੰਦਗੀ ਦੇ ਵਿੱਚ ਪਿਤਾ 100 ਗੁਣਾ ਫਲ ਲੈ ਕੇ ਆਏ, 100 ਗੁਣਾ ਆਸ਼ੀਸ਼ ਦਾ ਕਾਰਨ ਬਣੇ ਯਿਸੂ ਦੇ ਸਾਮਰਥੀ ਨਾਮ ਦੇ ਵਿੱਚ ਮੇਰੇ ਖੁਦਾਵੰਦ ਪਿਤਾ। ਥੈਂਕ ਯੂ ਲਾਰਡ ਜੀਸਸ ਕ੍ਰਾਈਸਟ ਪਿਤਾ, ਥੈਂਕ ਯੂ ਲਾਰਡ ਜੀਸਸ ਕ੍ਰਾਈਸਟ ਪਿਤਾ। ਇਹ ਵਚਨ ਮੇਰੇ ਪਿਤਾ ਇਹਨਾਂ ਦੀਆਂ ਜ਼ਿੰਦਗੀਆਂ 100 ਗੁਣਾ ਫਲ ਲੈ ਕੇ ਆਏ ਮਸੀਹ ਯਿਸੂ ਦੇ ਨਾਮ ਦੇ ਵਿੱਚ ਮੇਰੇ ਪਿਤਾ। ਇਸ ਪ੍ਰਾਰਥਨਾ ਤੁਹਾਡੇ ਪੁੱਤਰ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ ਮੰਗਦੇ ਹਾਂ। ਆਮੇਨ, ਆਮੇਨ, ਆਮੇਨ। ਸਾਰਿਆਂ ਨੂੰ ਜੈ ਮਸੀਹ ਦੀ। ਪ੍ਰਿੰਸ ਆ ਲਾਰਡ। ਗॉड bless you, all the best।